ਹਾਲਾਤ ਕਹਿੰਦੇ ਇਸ ਤਰ੍ਹਾਂ ਵੀ ਬਣ ਸਕਦੇ ਪੰਜਾਬ ਦੇ ਅੰਦਰ ਐਮਰਜੈਂਸੀ ਲੱਗ ਸਕਦੀ ਆ। ਕੇਂਦਰ ਸਰਕਾਰ ਦੁਆਰਾ ਜੋ 3 ਕਾਨੂੰਨ ਪਾਸ ਕੀਤੇ ਗਏ ਆ ਤੇ ਉਹ ਤਰਕ ਇਹ ਦੇ ਰਿਹਾ ਵੀ ਕਾਂਗਰਸ ਨੇ ਤਾਂ ਇਹ ਕੰਮ 2017 ਚ ਹੀ ਕਰਤਾ ਸੀਗਾ ਤੇ ਕੀ ਲੱਗਦਾ ਉਹ ਕਾਨੂੰਨ ਰੱਦ ਹੋਣਗੇ? ਮੈਨੂੰ ਵੀ ਪਤਾ ਲੱਗਿਆ ਹੈਗਾ ਬਟ ਮੈਂ ਡੈਫੀਨੇਟਲੀ ਜਿਹੜੇ ਅਪਰੋਪਰੀਏਟ ਪਲੇਟਫਾਰਮ ਤੇ ਗੱਲ ਉਠਾਊਂਗਾ। ਤੁਹਾਨੂੰ ਚਿੱਠੀ ਲਿਖਣ ਦੀ ਜ਼ਰੂਰਤ ਕਿਉਂ ਪੈ ਜਾਂਦੀ? ਕੀ ਲੱਗਦਾ ਸਰਕਾਰ 'ਚ ਸੁਣਵਾਈ ਹੈ ਨਹੀਂ ਜਾਂ ਕੋਈ ਢਾਂਚਾ ਹੀ ਇਹੋ ਜਿਹਾ ਬਣ ਗਿਆ ਪੋਲੀਟੀਕਲ ਪਾਰਟੀਆਂ ਦਾ ਵੀ ਅੰਦਰਲੀ ਜਿਹੜੀ ਇੰਟਰਨਲ ਡੈਮੋਕ੍ਰੇਸੀ ਆ ਉਹ ਖਤਮ ਹੋ ਗਈ? ਜਿਸ ਤਰ੍ਹਾਂ ਤੁਸੀਂ ਅੰਬਾਨੀਆਂ ਅਡਾਨੀਆਂ ਦੀ ਗੱਲ ਕੀਤੀ ਆ, ਇਸੇ ਤਰ੍ਹਾਂ ਜੇਕਰ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਨੂੰ ਲੈ ਕੇ ਵੀ ਵਿਵਾਦ ਛਿੜਿਆ ਹੋਇਆ ਤੇ ਤੁਹਾਡੀ ਸਰਕਾਰ ਦੁਆਰਾ ਸਿਰਫ 1 ਰੁਪਿਆ ਲੀਜ਼ ਤੇ ਜ਼ਮੀਨ ਦਿੱਤੀ ਜਾ ਰਹੀ ਹੈ ਕਾਰਪੋਰੇਟ ਕਰਾਉਣ ਨੂੰ, ਕੀ ਲੱਗਦਾ ਨੀਤੀਆਂ ਸਭ ਦੀਆਂ ਇੱਕੋ ਨੇ? ਮੈਂ ਪਹਿਲਾਂ ਜਿਹੜਾ ਆ ਬੰਦ ਕਮਰੇ 'ਚ ਕਹਿਣਾ ਹੁੰਦਾ, ਫਿਰ ਪਾਰਟੀ ਫੋਰਮ ਤੇ ਵੀ ਕਹਿਣਾ ਹੁੰਦਾ, ਫਿਰ ਜੇ ਕੋਈ ਨਹੀਂ ਸੁਣਦਾ ਉਹਨੂੰ। ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਗਵੰਤ ਬਰਾੜ। ਦੋਸਤੋ, ਖੇਤੀ ਕਾਨੂੰਨਾਂ ਨੂੰ ਲੈ ਕੇ ਸੂਬੇ ਦੀ ਸਿਆਸਤ ਪੱਕੀ ਹੋਈ ਆ। ਪੰਜਾਬ ਦੇ ਜੋ ਕਿਸਾਨ ਨੇ ਉਹ ਸੜਕਾਂ ਤੇ ਉਤਰੇ ਹੋਏ ਨੇ ਅਤੇ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਪੰਜਾਬ ਸਰਕਾਰ ਦੁਆਰਾ ਵਿਸ਼ੇਸ਼ ਇਜਲਾਸ ਬੁਲਾਇਆ ਜਾ ਰਿਹਾ। ਤਾਂ ਸਾਡੇ ਨਾਲ ਕਾਂਗਰਸ ਪਾਰਟੀ ਦੇ ਐਮਐਲਏ ਪ੍ਰਗਟ ਸਿੰਘ ਮੌਜੂਦ ਨੇ, ਤਾਂ ਉਹਨਾਂ ਤੋਂ ਜਾਣਦੇ ਹਾਂ ਇਹਨਾਂ ਖੇਤੀ ਕਾਨੂੰਨਾਂ ਦਾ ਭਵਿੱਖ ਕੀ ਆ ਅਤੇ ਜੋ ਪੰਜਾਬ ਸਰਕਾਰ ਬਿੱਲ ਲਿਆ ਰਹੀ ਆ ਉਸ ਦਾ ਕੀ ਭਵਿੱਖ ਹੋਵੇਗਾ। ਜੀ ਪ੍ਰਗਟ ਜੀ, ਜਿਸ ਤਰ੍ਹਾਂ ਪੰਜਾਬ ਸਰਕਾਰ ਬਿੱਲ ਲਿਆ ਰਹੀ ਆ, ਜੋ ਕੇਂਦਰ ਸਰਕਾਰ ਨੇ ਕਾਨੂੰਨ ਪਾਸ ਕੀਤੇ ਆ, ਤਾਂ ਇਸ ਦਾ ਭਵਿੱਖ ਕੀ ਵੇਖਦੇ ਹੋ? ਨਹੀਂ ਦੇਖੋ, ਡਿਸਕਸ਼ਨ ਤਾਂ ਕੱਲ੍ਹ ਨੂੰ ਹੋਣੀ ਆ ਕਿਉਂਕਿ ਸਾਡੀ CLP ਦੀ ਮੀਟਿੰਗ ਕੱਲ੍ਹ ਨੂੰ ਬੁਲਾਈ ਹੈਗੀ। ਅੱਜ ਤਾਂ ਉਹਦੀ ਡਰਾਫਟਿੰਗ ਵਗੈਰਾ, ਕਿਉਂਕਿ ਅਲਟੀਮੇਟਲੀ ਡਰਾਫਟਿੰਗ ਨੂੰ ਵੀ 2-3 ਦਿਨ ਲੱਗ ਗਏ। ਸੋ ਸਾਡੇ ਨਾਲ ਡਿਸਕਸ਼ਨ ਤਾਂ ਕੱਲ੍ਹ ਨੂੰ ਹੋਣੀ ਹੈ ਐਗਜ਼ੈਕਟਲੀ ਉਹਦੀ ਵਰਡਿੰਗ ਦੇ ਵਿੱਚ ਤੇ ਉਹ ਕੇਸ ਥਾਟ ਪ੍ਰੋਸੈਸ ਦੇ ਵਿੱਚ ਹੈ। ਬਟ ਇਹ ਇੱਕ ਜ਼ਰੂਰ ਹੈਗਾ ਕਿ ਹਾਂ ਬਈ ਇਹਦੇ ਨਾਲ ਜਿਹੜਾ ਗਵਰਨਮੈਂਟ ਆਫ ਇੰਡੀਆ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ ਵੀ ਤਾਂ ਕਿ ਇਹ ਜਿਹੜੇ ਬਿੱਲ ਹੈਗੇ ਆ, ਕਿਉਂਕਿ ਅਲਟੀਮੇਟਲੀ ਤਿੰਨੇ ਬਿੱਲ ਜਿਹੜੇ ਆ ਉਹ ਇੱਕ ਦੂਸਰੇ ਨੂੰ ਕੰਪਲੀਮੈਂਟ ਕਰਦੇ ਹੈਗੇ ਆ। ਆਈਡੀਆ ਗਵਰਨਮੈਂਟ ਆਫ ਇੰਡੀਆ ਦਾ ਇਹ ਹੈਗਾ ਵੀ ਅਸੀਂ MSP ਕਹੀ ਜਾਈਏ, MSP ਤਾਂ ਬਾਕੀ 21 ਫਸਲਾਂ ਤੇ ਵੀ ਆ। ਝੋਨੇ ਤੇ ਕਣਕ ਤੇ ਤਾਂ APMC ਆ ਜਿਹੜੀ ਕਿ ਅਸੈਂਸ਼ੀਅਲ ਲਿਫਟਿੰਗ ਹੁੰਦੀ ਆ, ਔਰ ਉਸ ਲਿਫਟਿੰਗ ਕਰਕੇ ਪੰਜਾਬ ਦੇ ਵਿੱਚ 60 ਤੋਂ 65 ਹਜ਼ਾਰ ਕਰੋੜ ਰੁਪਈਆ ਹਰ ਸਾਲ ਸਰਕੂਲੇਟ ਹੁੰਦਾ। ਔਰ ਉਹਦੇ ਨਾਲ ਹੀ ਖਾਸ ਕਰਕੇ ਸਾਡਾ ਜਿਹੜਾ ਪਿੰਡਾਂ ਦਾ ਮੰਡੀਆਂ ਦਾ ਢਾਂਚਾ ਹੈਗਾ ਉਹ ਡਿਵੈਲਪ ਹੋਇਆ, ਜਿਹਦੇ ਤੋਂ 3-350 ਤੇ 3.5-4 ਹਜ਼ਾਰ ਕਰੋੜ ਰੁਪਈਏ ਦੀ ਆਮਦਨ ਜਿਹੜੀ ਹੁੰਦੀ ਆ। ਸੋ ਉਹਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਨੁਕਸਾਨੀਆਂ ਜਾਣਗੀਆਂ। ਇੱਕ ਤਾਂ 60,000 ਕਰੋੜ ਦੀ ਸਰਕੂਲੇਸ਼ਨ ਜਿਹੜੀ ਆ ਉਹਦਾ ਬਹੁਤ ਵੱਡਾ ਨੁਕਸਾਨ ਹੋਊਗਾ, ਕਿਉਂਕਿ ਅਲਟੀਮੇਟਲੀ ਉਹ ਜਿਹੜੀ ਫਸਲ ਹੈਗੀ ਆ, ਜਿੱਦਾਂ 21 ਫਸਲਾਂ ਦਾ ਬਾਕੀਆਂ ਦਾ ਹਾਲ ਹੈਗਾ, ਇਹੀ ਝੋਨੇ ਤੇ ਕਣਕ ਦਾ ਜਿਹੜਾ ਹੋਣ ਵਾਲਾ ਆ। ਪ੍ਰਗਟ ਸਿੰਘ ਜੀ, ਜਿਸ ਤਰ੍ਹਾਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਜਾ ਰਿਹਾ ਖੇਤੀ ਕਾਨੂੰਨ ਰੱਦ ਕਰਨ ਦੇ, ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ 'ਚ ਕੇਂਦਰ ਨਾਲ ਸਿੱਧਾ ਕਨਫਲਿਕਟ ਨਾ ਹੋਵੇਗਾ? ਕਿਉਂਕਿ ਇੱਕ ਪਾਸੇ ਕੇਂਦਰ ਨੇ ਕਾਨੂੰਨ ਬਣਾਤੇ, ਦੂਸਰੇ ਪਾਸੇ ਉਸ ਦੇ ਵਿਰੋਧ ਦੇ ਵਿੱਚ ਪੰਜਾਬ ਸਰਕਾਰ ਬਿੱਲ ਲਿਆਉਣ ਜਾ ਰਹੀ ਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਵੀ ਮੁਸੀਬਤ ਹੋ ਸਕਦੀ ਕਿ ਪ੍ਰੋਕਿਉਰਮੈਂਟ ਆ ਉਹੀ ਨਾ ਹੋ ਸਕੇ। ਦੇਖੋ, ਸਮੱਸਿਆ ਤਾਂ ਹੈਗੀ, ਇਹਦੇ 'ਚ ਤਾਂ ਕੋਈ ਦੋ ਰਾਮਾ ਨਹੀਂ ਹੈ। ਦੇਖੋ, ਅਲਟੀਮੇਟਲੀ ਤਾਂ ਡੈਮੋਕ੍ਰੇਸੀ ਦੇ ਵਿੱਚ ਸਾਨੂੰ ਡਿਸਕਸ਼ਨ ਕਰਕੇ ਹੀ ਇਹੋ ਜਿਹੇ ਬਿੱਲ ਜਿਹੜੇ ਆ ਲਿਆਉਣੇ ਚਾਹੀਦੇ ਆ। ਬਟ ਕਈ ਵਾਰੀ ਸਰਕਾਰਾਂ, ਜਿੱਦਾਂ ਸੈਂਟਰ ਦੀ ਸਰਕਾਰ ਹੁਣ ਵਜਿੱਦ ਆ, ਅਤੇ ਉਸ ਵਜਿੱਦ ਦੇ ਵਿੱਚ ਨੁਕਸਾਨ ਤਾਂ ਹੈਗਾ, ਕਿਸਾਨਾਂ ਦਾ ਵੀ ਹੈਗਾ, ਸੂਬਿਆਂ ਦਾ ਵੀ ਹੈਗਾ ਔਰ ਸਟੇਟ ਦਾ ਵੀ ਹੈਗਾ। ਕਿਉਂਕਿ ਜੇ ਇੰਨੇ ਦਿਨਾਂ ਦੀਆਂ ਸੜਕਾਂ ਜਾਂ ਜਿਹੜੀ ਹੈਗੀਆਂ ਰੇਲ ਬੰਦ ਹੈਗੀ ਆ, ਔਰ ਜਿੰਨੀ ਉਹ ਢੋਆ ਢੁਆਈ ਹੋਣੀ ਸੀ, ਅਲਟੀਮੇਟਲੀ ਨੁਕਸਾਨ ਤਾਂ ਹੈ। ਜੀ ਪ੍ਰਗਟ ਸਿੰਘ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਢੋਆ ਢੁਆਈ ਬੰਦ ਆ, ਸੜਕਾਂ ਰੁਕੀਆਂ ਹੋਈਆਂ ਨੇ, ਤਾਂ ਭਾਜਪਾ ਦਾ ਕਹਿਣਾ ਕਿ ਕਾਂਗਰਸ ਪੰਜਾਬ ਦਾ ਮਾਹੌਲ ਵਿਗਾੜ ਰਹੀ ਆ, ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਨਹੀਂ, ਅਸੀਂ ਕਦੀ ਵੀ ਮਾਹੌਲ ਵਿਗਾੜਨ ਵਾਲੀ ਗੱਲ ਤਾਂ ਕਰਦੇ ਹੀ ਨਹੀਂ। ਮੈਂ ਤਾਂ ਹਮੇਸ਼ਾ ਕਾਂਗਰਸ ਜਿਹੜੀ ਹੈਗੀ ਆ, ਕਿਸਾਨ ਜਥੇਬੰਦੀਆਂ ਵੀ, ਮੈਂ ਤਾਂ ਉਹਨਾਂ ਨੂੰ ਵੀ, ਜਿਹੜੇ ਬੰਦੇ ਕੋਈ ਸਾਰਿਆਂ ਦੇ ਨੋਨ ਹੁੰਦੇ ਹੈਗੇ ਆ, ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਪੀਸਫੁਲ ਚੱਲੀਏ, ਕਿਉਂਕਿ ਕਿਸੇ ਚੀਜ਼ ਦਾ ਨੁਕਸਾਨ ਨਾ ਕਰੀਏ। ਔਰ ਲੇਕਿਨ ਪੀਸਫੁਲ ਪ੍ਰੋਟੈਸਟ ਕਰਨਾ ਤਾਂ ਜਿਹੜਾ ਕਿਸਾਨ ਜਥੇਬੰਦੀਆਂ ਦਾ ਅਧਿਕਾਰ ਹੈਗਾ। ਤਾਂ ਮੈਨੂੰ ਲੱਗਦਾ ਉਹਨਾਂ ਨੇ ਕੋਈ ਇੱਦਾਂ ਦੀ ਗੱਲ, ਕੋਈ ਤੋੜ ਭੰਨ ਨਹੀਂ ਕੀਤੀ, ਕੋਈ ਇੱਦਾਂ ਦੀ ਗੱਲ ਨਹੀਂ ਕੀਤੀ। ਲੇਕਿਨ ਪ੍ਰੋਟੈਸਟ ਤਾਂ ਕਰਨਾ ਹੀ ਪਊਗਾ ਜੇ ਗਵਰਨਮੈਂਟ ਆਫ ਇੰਡੀਆ ਇਸ ਗੱਲ ਨੂੰ ਨਹੀਂ ਸੁਣਦੀ ਹੈ। ਜੀ ਪ੍ਰਗਟ ਜੀ, ਜਿਸ ਤਰ੍ਹਾਂ ਤੁਸੀਂ ਕਹ ਰਹੇ ਪ੍ਰੋਟੈਸਟ ਕਰਨਾ ਪੈਣਾ, ਪਰ ਹਾਲਾਤ ਕਹਿੰਦੇ ਇਸ ਤਰ੍ਹਾਂ ਵੀ ਬਣ ਸਕਦੇ ਪੰਜਾਬ ਦੇ ਅੰਦਰ ਐਮਰਜੈਂਸੀ ਲੱਗ ਸਕਦੀ ਆ, ਤਾਂ ਇਸ ਚੀਜ਼ ਦਾ ਕੀ ਦੇਖਦੇ ਹੋ ਕਿ ਇਹੋ ਜਿਹੀ ਨੌਬਤ ਆ ਸਕਦੀ ਹੈ ਪੰਜਾਬ ਦੇ ਅੰਦਰ? ਦੇਖੋ, ਆਉਣੀ ਤਾਂ ਨਹੀਂ ਚਾਹੀਦੀ। ਦੇਖੋ, ਗੱਲ ਤਾਂ ਇੰਨੀ ਕੀ ਆ, ਜੇ ਸਮਝਣ ਦੀ ਗੱਲ ਹੈਗੀ ਆ, ਕਿਉਂਕਿ ਜੇ ਅਸੀਂ ਥੋੜ੍ਹਾ ਜਿਹਾ ਬੈਕਗਰਾਊਂਡ 'ਤੇ ਚਲੇ ਜਾਈਏ, ਜਦੋਂ ਦੇਸ਼ ਦੇ ਵਿੱਚ ਅੰਨ ਨਹੀਂ ਸੀਗਾ, ਅਸੀਂ ਬਾਹਰਲੇ ਦੇਸ਼ਾਂ ਤੋਂ ਕਣਕ ਮੰਗਵਾਉਂਦੇ ਸੀਗੇ, ਅਤੇ ਉਦੋਂ ਬੇਸਿਕਲੀ
ਇਹ APMC ਔਰ ਇਹ ਜਿਹੜੀ MSP ਜਿਹੜੀ ਉਹ ਲਿਆਂਦੀ ਗਈ ਸੀਗੀ। ਔਰ ਉਹਦੇ ਨਾਲ ਹੋਇਆ ਕਿ ਅਸੀਂ ਵੱਧ ਤੋਂ ਵੱਧ ਝਾੜ ਪੈਦਾ ਕਰਨ ਲਈ ਅਸੀਂ ਪੈਸਟੀਸਾਈਡ ਬਹੁਤ ਯੂਜ਼ ਕੀਤੀ, ਅਸੀਂ ਆਪਣਾ ਪਾਣੀ ਵੀ ਬਹੁਤ ਯੂਜ਼ ਕੀਤਾ। ਸਾਡੇ ਦੋ ਜਿਹੜੀਆਂ ਚੀਜ਼ਾਂ, ਜਿਹੜਾ ਤਾਂ ਪੈਸਟੀਸਾਈਡ ਆ ਉਹਨੇ ਸਾਨੂੰ ਬਿਮਾਰੀਆਂ ਦਿੱਤੀਆਂ, ਜਿਹੜਾ ਪਾਣੀ ਆ ਉਹ ਅਸੀਂ ਹੌਲੀ ਆਪਣਾ ਜਿਹੜਾ ਆ ਨੈਚੁਰਲ ਰਿਸੋਰਸ ਸੀਗਾ ਉਹ ਖਤਮ ਕਰਨ ਵੱਲ ਨੂੰ ਤੁਰ ਪਏ। ਲੇਕਿਨ ਉਹਦੇ ਏਵਜ ਦੇ ਵਿੱਚ ਅਸੀਂ ਕੰਟਰੀ ਦਾ ਢਿੱਡ ਤਾਂ ਭਰ ਦਿੱਤਾ, ਪਰ ਜਦੋਂ ਇਹਨੂੰ ਮੇਨਟੇਨ ਕਰਨ ਦੀ, ਇਹਨੂੰ ਸਸਟੇਨ ਕਰਨ ਦੀ ਵਾਰੀ ਆਈ ਤੇ ਕੰਟਰੀ ਨੇ ਸਾਡੇ ਤੇ ਆ ਜਿਹੜਾ ਚੀਜ਼ ਆ ਉਹ ਥੋਪ ਦਿੱਤੀ, ਜਿਹੜੀ ਕਿ ਮੈਨੂੰ ਲੱਗਦਾ ਕਿ ਇਦਾਂ ਦੀ ਕਹਿ ਲਓ ਕਿਰਤਕਣ ਨਹੀਂ ਹੋਣਾ ਚਾਹੀਦਾ ਵੀ ਤਾਂ ਕਿ ਜਦੋਂ ਅਸੀਂ ਹਿੰਦੁਸਤਾਨ ਦੇ ਫੂਡ ਬੋਇਲ ਦੇ ਵਿੱਚ ਆਲਮੋਸਟ ਸ਼ੁਰੂਆਤ ਦੇ ਵਿੱਚ ਤਾਂ 80 ਤੋਂ 90% ਜਿਹੜਾ ਅਸੀਂ ਕੰਟਰੀਬਿਊਟ ਕੀਤਾ ਹੈਗਾ। ਔਰ ਹੌਲੀ ਚਲੋ ਇਹ ਨਹੀਂ ਹੈਗਾ ਕਿ ਦੂਸਰਿਆਂ ਸੂਬਿਆਂ ਦੇ ਵਿੱਚ ਹੋਣ ਲੱਗ ਪਈ, ਚੰਗੀ ਗੱਲ ਹੈਗੀ ਆ, ਬਟ ਐਟ ਦਾ ਸੇਮ ਟਾਈਮ ਸਾਨੂੰ ਇਹ ਤਾਂ ਸਾਡਾ ਹੱਕ ਜਿਹੜਾ ਉਹ ਸਾਨੂੰ ਦੇਣਾ ਚਾਹੀਦਾ। ਜੀ ਪ੍ਰਗਟ ਸਿੰਘ ਜੀ, ਜਿਸ ਤਰ੍ਹਾਂ ਕੇਂਦਰ ਸਰਕਾਰ ਦੁਆਰਾ ਜੋ 3 ਕਾਨੂੰਨ ਪਾਸ ਕੀਤੇ ਗਏ ਆ ਤੇ ਉਹ ਤਰਕ ਇਹ ਦੇ ਰਿਹਾ ਵੀ ਕਾਂਗਰਸ ਨੇ ਤਾਂ ਇਹ ਕੰਮ 2017 ਚ ਹੀ ਕਰਤਾ ਸੀਗਾ, ਤਾਂ ਕੀ ਲੱਗਦਾ ਉਹ ਕਾਨੂੰਨ ਰੱਦ ਹੋਣਗੇ? ਨਹੀਂ, ਕੋਈ ਇਦਾਂ ਦੀ ਗੱਲ ਨਹੀਂ ਹੈ। ਦੇਖੋ, ਕਾਂਗਰਸ ਦੇ ਮੈਨੀਫੈਸਟੋ 'ਚ ਇਹ ਗੱਲ ਹੈਗੀ ਆ, ਬਟ ਜਦੋਂ ਆਪਾਂ ਕਲੌਜ਼ਸ ਦੇਖਦੇ ਆ, ਦੇਖੋ ਕਲੌਜ਼ਸ ਕੀ ਆ ਕਿ ਪਿਓਰਲੀ ਉਹ ਇੱਕ ਬਿਜ਼ਨਸ ਹਾਊਸਸ ਨੂੰ ਬੈਨੀਫਿਟ ਦੇਣ ਵਾਲੀ ਗੱਲ ਹੈਗੀ ਆ। ਮੰਨ ਲਓ ਉਹ ਕਹਿੰਦੇ ਜੀ ਕਿ ਪੈਸਟੀਸਾਈਡ ਵੀ ਤੁਸੀਂ ਉਹਦੇ ਕੋਲੋਂ ਲਵਾਂਗੇ, ਬੀ ਵੀ ਤੁਸੀਂ ਉਹਦੇ ਕੋਲ ਲਵਾਂਗੇ, ਟੈਕਨੋਲੋਜੀ ਵੀ ਤੁਸੀਂ ਉਹਦੇ ਕੋਲ ਲਓਗੇ, ਨੋ ਹਾਉ ਵੀ ਉਹਦੇ ਕੋਲ ਲਓਗੇ, ਲੇਕਿਨ ਜਦੋਂ ਗ੍ਰੇਡੇਸ਼ਨ ਫਸਲ ਦੀ ਆਊਗੀ, ਗ੍ਰੇਡੇਸ਼ਨ ਉਹ ਦੇਖਣਗੇ। ਦੇਖੋ, ਇੱਕ ਆਪਾਂ ਹੁਣ ਪਿੰਡਾਂ ਦੇ ਰਹਿਣ ਵਾਲੇ ਆ, ਇੱਕ ਮਤਲਬ ਖੇਤ ਦੇ ਵਿੱਚ ਦੇ 2 ਬੂਟੇ ਲੱਗੇ ਹੋਣ, ਕਈ ਵਾਰੀ ਉਹਨਾਂ ਦੀ ਗ੍ਰੇਡ ਦੇ ਵਿੱਚ ਫਰਕ ਪੈ ਜਾਂਦਾ। ਫਿਰ ਉਹ ਜਦੋਂ ਉਹ ਡਿਸੀਜ਼ਨ ਲੈਣਗੇ ਤਾਂ ਫਿਰ ਉਹਦੇ ਤੇ ਪੈਨਲਟੀ ਕਲੌਜ਼ ਵੀ ਹੈਗੀ ਵੀ ਕਿਸਾਨ ਤੇ ਇੰਨੀ ਪੈਨਲਟੀ ਲੱਗੂਗੀ। ਅੱਛਾ, ਜੇ ਉਹ ਪੈਨਲਟੀ ਪੇ ਨਹੀਂ ਕਰ ਸਕੂਗਾ ਫਿਰ ਉਹਦੇ ਤੇ ਅਲਟੀਮੇਟਲੀ ਉਹ ਜਿਹੜੀ ਫਰਦ ਆ, ਉਹਦਾ ਜਿਹੜਾ ਜ਼ਮੀਨ ਦਾ ਫਰਦ ਹੈਗਾ ਉਹਦੇ ਤੇ ਇੰਦਰਾਜ ਹੋਊਗਾ, ਉਹ ਉਹਨਾਂ ਦਾ ਕਰਜ਼ਾਈ ਹੋਊਗਾ। ਅੱਛਾ, ਫਿਰ ਉਹ ਕਿਸੇ ਕੋਰਟ 'ਚ ਨਹੀਂ ਜਾ ਸਕੂਗਾ, ਸਿਰਫ SDM ਤੇ DC ਕੋਲ ਜਾ ਸਕੂਗਾ। ਮਤਲਬ ਇਹ ਤਾਂ ਕਾਂਗਰਸ ਨੇ ਨਹੀਂ ਕੀਤਾ। ਇਹ ਕਾਂਗਰਸ ਦਾ ਵੀ ਤੁਸੀਂ ਮੈਨੀਫੈਸਟੋ ਕਿਤੇ ਕੱਢ ਕੇ ਦੇਖ ਲਓ ਕਿ ਇਹ ਚੀਜ਼ਾਂ ਨਹੀਂ ਕੀਤੀਆਂ ਹੈਗੀਆਂ। ਹਾਂ, ਕੁਝ ਮਾਈਨਰ ਜਿਹੜੀਆਂ ਚੇਂਜਸ ਜੇ ਚੇਂਜਸ ਲਿਆ ਸਕਦੇ ਮਾਈਨਰ, ਲੇਕਿਨ ਇਹ ਅਸ਼ੋਰਡ ਮਾਰਕੀਟਿੰਗ ਤਾਂ ਹੋਵੇ ਨਾ, ਕਿਉਂਕਿ ਮੈਂ ਕਹਿੰਦਾ ਇੱਕੋ ਹੀ ਚੀਜ਼ ਹੋ ਜਾਵੇ, ਅਮੈਂਡਮੈਂਟ ਇਹਦੇ ਵਿੱਚ ਇੱਕੋ ਹੀ ਚੀਜ਼ ਹੋ ਜਾਵੇ ਵੀ ਅਸੀਂ ਇੰਨੇ ਤੇ ਅਸੀਂ ਚੱਕਾਂਗੇ, ਜੇ ਕੋਈ ਪ੍ਰਾਈਵੇਟ ਚੱਕ ਲਊ ਤਾਂ ਵੈਲ ਐਂਡ ਗੁੱਡ, ਜੇ ਨਹੀਂ ਪ੍ਰਾਈਵੇਟ ਚੱਕੂਗਾ ਤਾਂ ਸਰਕਾਰ ਉਹਨੂੰ ਜਿਹੜਾ ਉਹ ਚੱਕੂਗੀ। ਔਰ ਦੂਸਰੀ ਗੱਲ ਹੈ ਕਿ ਉਹਦੇ ਤੋਂ ਉੱਪਰ ਜਿਹਨੇ ਬੋਲੀ ਦੇ ਕੇ MSP ਮਿਨੀਮਮ ਸਪੋਰਟ ਪ੍ਰਾਈਸ ਰੱਖ ਕੇ ਉਹਦੇ ਤੋਂ ਉੱਪਰ ਜਿਹਨੇ ਬੋਲੀ ਲਾ ਕੇ ਲੈਣਾ ਉਹ ਲੈ ਜਾਵੇ। ਪ੍ਰਗਟ ਸਿੰਘ ਜੀ, ਲੋਕਾਂ ਦਾ ਕਹਿਣਾ, ਵਿਰੋਧੀ ਪਾਰਟੀਆਂ ਵੀ ਇਹ ਕਹਿ ਰਹੀਆਂ ਵੀ ਕੰਮ ਪੰਜਾਬ ਸਰਕਾਰ ਨੇ ਉਸ ਤਰ੍ਹਾਂ ਨਹੀਂ ਕੀਤੇ, ਚਾਹੇ ਉਹ ਕਰਜ਼ਾ ਮਾਫੀ ਦੀ ਗੱਲ ਹੋਵੇ ਉਹ ਵੀ ਨਹੀਂ ਕੀਤੇ, ਮੋਬਾਈਲ ਫੋਨ ਵੰਡਣ ਦੀ ਗੱਲ ਸੀ ਉਹ ਵੀ ਉਸ ਹੱਦ ਤੱਕ ਨਹੀਂ ਵੰਡੇ ਗਏ, ਰੇਤ ਮਾਫੀਆ ਦੀ ਗੱਲ ਕਰਦੇ ਸੀ ਉਹ ਵੀ ਜਿਹੜਾ ਖਤਮ ਨਹੀਂ ਹੋਇਆ, ਇਸ ਤੋਂ ਇਲਾਵਾ ਟਰਾਂਸਪੋਰਟ ਮਾਫੀਆ ਦੀ ਗੱਲ ਕਰਦੇ ਸੀ ਉਹ ਵੀ ਨਹੀਂ ਖਤਮ ਹੋਇਆ। ਤਾਂ ਹੁਣ ਕਹਿ ਰਿਹਾ ਵੀ ਉਹ ਚੀਜ਼ਾਂ ਜਿਹੜੀਆਂ ਨਹੀਂ ਹੋਈਆਂ ਤਾਂ ਉਸ ਤੇ ਪਰਦਾ ਪਾਉਣ ਦੇ ਲਈ ਜਿਹੜੇ ਇਹ ਬਿੱਲ ਲਿਆਂਦੇ ਜਾ ਰਹੇ ਆ। ਨਹੀਂ, ਇਹਨੂੰ ਆਪਾਂ ਉਹਦੇ ਨਾਲ ਨਹੀਂ ਜੋੜ ਕੇ ਦੇਖ ਸਕਦੇ। ਮੈਨੂੰ ਲੱਗਦਾ ਜੇ ਤੁਸੀਂ ਇਹਦੇ ਲਈ ਤੁਸੀਂ ਮੈਨੂੰ ਕਿਤੇ ਸੈਪਰੇਟ ਕਹੋ ਤੇ ਆਪਾਂ ਕਿਸ ਦਿਨ ਸੈਪਰੇਟ ਇਹਦੇ ਤੇ ਉਹ ਕਰ ਲੈਂਦੇ ਹੈਗੇ ਆ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਜਿੰਨੀ ਸਾਡੀ ਪਰਫਾਰਮੈਂਸ ਹੋਣੀ ਚਾਹੀਦੀ ਸੀ ਉਨੀ ਹੈ ਨਹੀਂ, ਪਰ ਇਹ ਇੱਕ ਅਲੱਗ ਸਬਜੈਕਟ ਆ, ਉਹ ਇੱਕ ਅਲੱਗ ਸਬਜੈਕਟ ਆ। ਮੈਨੂੰ ਲੱਗਦਾ ਜੇ ਇਹਨੂੰ ਕਲੱਬ ਕਰਾਂਗੇ ਤੇ ਜਿਹੜਾ ਕਿਸਾਨੀ ਨਾਲ ਵੀ ਕਿਤੇ ਨਾ ਕਿਤੇ ਆਪਾਂ ਜਸਟਿਸ ਨਹੀਂ ਕਰਾਂਗੇ। ਸੋ ਮੇਰੀ ਤਾਂ ਇਹੀ ਤੁਹਾਨੂੰ ਰਿਕੁਐਸਟ ਹੈਗੀ ਆ ਵੀ ਤੁਸੀਂ ਕਿਸ ਦਿਨ ਫੇਰ ਆਪਾਂ ਬੈਠ ਜਾਾਂਗੇ ਤੇ ਇਹਦੇ ਤੇ ਅਲੱਗ ਜਿਹੜਾ ਡਿਸਕਸ਼ਨ ਕਰ ਲਾਂਗੇ। ਮੈਂ ਉਹਦੇ 'ਚੋਂ ਕੋਈ ਚੀਜ਼ ਲੁਕਾਉਂਦਾ ਨਹੀਂ ਹੈ, ਮੈਂ ਉਹਦੇ 'ਚੋਂ ਬੜਾ ਕਲੀਅਰ ਕੱਟ ਕਹਿ ਦਿੰਦਾ ਹੁੰਦਾ ਵੀ ਹਾਂ ਹੋਈ ਨਹੀਂ ਹੋਈ, ਠੀਕ ਆ ਨਾ। ਮੈਂ ਤਾਂ ਇਨਫੈਕਟ ਚਿੱਠੀ ਲਿਖ ਕੇ ਇਹ ਗੱਲਾਂ ਸਾਰੀਆਂ ਕੀਤੀਆਂ ਹੈਗੀਆਂ ਵੀ ਚਾਹੇ ਰੇਤਾ ਦੀ ਆ ਚਾਹੇ ਹੋਰ ਹੈਗੀ ਆ, ਤੇ ਆਪਾਂ ਉਹਨੂੰ ਅਲੱਗ ਜਿਹੜਾ ਉਹ ਡਿਸਕਸ ਕਰ ਲਾਂਗੇ। ਪ੍ਰਗਟ ਸਿੰਘ ਜੀ, ਤੁਹਾਨੂੰ ਚਿੱਠੀ ਲਿਖਣ ਦੀ ਜ਼ਰੂਰਤ ਕਿਉਂ ਪੈ ਜਾਂਦੀ? ਕੀ ਲੱਗਦਾ ਸਰਕਾਰ 'ਚ ਸੁਣਵਾਈ ਹੈ ਨਹੀਂ ਜਾਂ ਕੋਈ ਢਾਂਚਾ ਹੀ ਇਹੋ ਜਿਹਾ ਬਣ ਗਿਆ ਪੋਲੀਟੀਕਲ ਪਾਰਟੀਆਂ ਦਾ ਵੀ ਅੰਦਰਲੀ ਜਿਹੜੀ ਇੰਟਰਨਲ ਡੈਮੋਕ੍ਰੇਸੀ ਆ ਉਹ ਖਤਮ ਹੋ ਗਈ? ਦੇਖੋ, ਜਿਹੜੀ ਮੇਨ ਜਿਹੜੀ ਆ ਤੁਸੀਂ ਗੱਲ ਕਹੀ ਆ ਨਾ ਕਿ ਜਿਹੜੀ ਇੰਟਰਨਲ ਡੈਮੋਕ੍ਰੇਸੀ ਆ, ਇਹਦਾ ਬਹੁਤ ਵੱਡਾ ਨੁਕਸਾਨ ਹੋਇਆ। ਐਕਚੁਅਲੀ ਕੀ ਆ ਕਿ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਿਹੜੀ ਪਾਵਰ ਕੋਰੀਡੋਰ ਹੁੰਦੀ ਆ ਉਹਦੇ ਵਿੱਚ ਇਹੋ ਜਿਹੇ ਬੰਦਿਆਂ ਦਾ ਗਲਬਾ ਜਿਹਾ ਇਕੱਠਾ ਹੋ ਜਾਂਦਾ ਤੇ ਉਹਦੇ ਵਿੱਚ ਜਿਹੜੀ ਡਿਸਕਸ਼ਨ ਆ ਉਹ ਬਹੁਤ ਘਟ ਗਈ ਕ੍ਰਾਸ ਦਾ ਪਾਰਟੀ ਲਾਈਨ। ਇਹ ਇਕੱਲੀ ਕਾਂਗਰਸ ਦੀ ਨਹੀਂ, ਇਕੱਲੀ ਅਕਾਲੀ ਦਲ ਦਾ ਨਹੀਂ ਹੈ, ਸਾਰੀਆਂ ਪਾਰਟੀਆਂ ਦਾ ਇਹ ਹਾਲ ਹੋ ਗਿਆ, ਜਿਹਦੇ ਕਰਕੇ ਦੇਖੋ ਜਿਹੜੀ ਡੈਮੋਕ੍ਰੇਸੀ ਆ ਉਹ ਡਿਸਕਸ਼ਨ ਦੇ ਵਿੱਚੋਂ ਹੀ ਹਰ ਚੀਜ਼ ਨਿਕਲਦੀ ਆ। ਕਿਉਂਕਿ ਤੁਹਾਡਾ ਜ਼ਿੰਦਗੀ ਦਾ ਆਪਣਾ ਤਜਰਬਾ ਹੈਗਾ, ਮੇਰਾ ਆਪਣਾ ਤਜਰਬਾ ਹੈਗਾ, ਜਦੋਂ ਅਸੀਂ ਡਿਸਕਸ ਕਰਾਂਗੇ ਤਾਂ ਉਹਦੇ ਵਿੱਚੋਂ ਕੁਛ ਨਾ ਕੁਛ ਚੰਗੀ ਚੀਜ਼ ਨਿਕਲੂਗੀ ਤੇ ਅਸੀਂ ਚੰਗੀ ਚੀਜ਼ ਨੂੰ ਸ਼ਾਇਦ ਫੋਲੋ ਨਹੀਂ ਕਰਨਾ ਚਾਹੁੰਦੇ। ਪ੍ਰਗਟ ਸਿੰਘ ਜੀ, ਨਵਜੋਤ ਸਿੰਘ ਸਿੱਧੂ ਦੀ ਗੱਲ ਕਰਾਂਗੇ। ਜਿਸ ਤਰ੍ਹਾਂ ਰਾਹੁਲ ਗਾਂਧੀ ਆਉਂਦੇ ਆ ਪੰਜਾਬ ਦੇ ਅੰਦਰ, 3 ਦਿਨਾਂ ਦਾ ਟਰੈਕਟਰ ਮਾਰਚ ਹੁੰਦਾ
ਤਾਂ ਉਹਨਾਂ ਦੀ ਤਲਖੀ ਦੇਖਣ ਨੂੰ ਮਿਲਦੀ ਹੈ ਨਵਜੋਤ ਸਿੰਘ ਸਿੱਧੂ ਦੀ। ਤਾਂ ਕੀ ਲੱਗਦਾ ਇਸ ਰਵੱਈਏ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਨਹੀਂ ਦੇਖੋ, ਉਹਦਾ ਸਟਾਈਲ ਹੈਗਾ, ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਉਹਦਾ ਸਟਾਈਲ ਹੈਗਾ, ਕਿਉਂਕਿ ਸਟੇਜ ਦੇ ਉੱਤੇ ਉਹ ਵਧੀਆ ਓਰੇਟਰ ਹੈਗਾ ਤੇ ਉਹਦੇ ਵਿੱਚ ਕੋਈ ਏਡੀ ਤਲਖੀ ਵਾਲੀ ਗੱਲ ਤਾਂ ਨਹੀਂ। ਇਹ ਠੀਕ ਆ ਵੀ ਉਹਨੇ ਕਹਿਤਾ ਵੀ ਮੈਨੂੰ 5-7 ਮਿੰਟ ਬੋਲ ਲੈਣ ਦਿਓ। ਸੋ ਹਰ ਬੰਦੇ ਦਾ ਇੱਕ ਸਟਾਈਲ ਹੁੰਦਾ। ਨਵਜੋਤ ਸਿੰਘ ਸਿੱਧੂ ਦਾ ਭਵਿੱਖ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਵਿਰੋਧੀ ਪਾਰਟੀਆਂ ਇਹ ਕਹਿ ਰਹੀਆਂ ਵੀ ਖਾਸ ਕਰ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਭਵਿੱਖਬਾਣੀ ਕੀਤੀ ਆ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਆਪਣਾ ਇੱਕ ਧੜਾ ਬਣਾ ਸਕਦੇ, ਇੱਕ ਪੋਲੀਟੀਕਲ ਪਾਰਟੀ ਅਲੱਗ ਬਣਾ ਸਕਦੇ। ਦੇਖੋ ਇਹ ਤਾਂ ਉਹ ਦੱਸ ਸਕਦੇ ਆ, ਮੈਂ ਤਾਂ ਕੁਝ ਨਹੀਂ ਦੱਸ ਸਕਦਾ। ਕੋਈ ਮੈਨੂੰ ਤਾਂ ਇਦਾਂ ਦੀ ਕੋਈ ਇੰਡੀਕੇਸ਼ਨ ਲੱਗਦੀ ਨਹੀਂ ਹੈ। ਤੁਹਾਨੂੰ ਵੈਸੇ ਭਵਿੱਖ ਕੀ ਲੱਗਦਾ ਨਵਜੋਤ ਸਿੰਘ ਸਿੱਧੂ ਦਾ? ਨਹੀਂ ਦੇਖੋ ਦੋ ਚੀਜ਼ਾਂ ਤੋਂ, ਇੱਕ ਰੇਟਰ ਵਧੀਆ ਹੈਗਾ, ਬੰਦਾ ਇਮਾਨਦਾਰ ਹੈ, ਇਹਦੇ 'ਚ ਤਾਂ ਦੋ ਚੀਜ਼ਾਂ 'ਚ ਤਾਂ ਕੋਈ ਉਹਦੇ 'ਚ ਕਿੰਤੂ ਪਰੰਤੂ ਨਹੀਂ ਹੈਗਾ। ਸੋ ਇਸ ਕਰਕੇ ਚੰਗੇ ਬੰਦਿਆਂ ਦੀ ਤਾਂ ਜ਼ਰੂਰਤ ਹੈਗੀ ਆ, ਚੰਗੇ ਬੰਦਿਆਂ ਦੀ ਟੀਮ ਬਣਨੀ ਚਾਹੀਦੀ ਆ ਵੀ ਤਾਂ ਕਿ ਜਿਹੜਾ ਆਉਣ ਵਾਲਾ ਪੰਜਾਬ ਹੈ, ਕਿਉਂਕਿ ਦੇਖੋ ਕੋਈ ਇਕੱਲਾ ਬੰਦਾ ਨਹੀਂ ਕੋਈ ਵੀ ਕੁਝ ਕਰ ਸਕਦਾ। ਇੱਥੇ ਤਾਂ ਟੀਮ ਜਿਹੜੀ ਹੋਵੇ ਉਹ ਹੀ ਗਾਂ ਜਿਹੜੀ ਹੌਲੀ ਹੌਲੀ ਉਹਦੇ 'ਚ ਸੁਧਾਰ ਕਰ ਸਕਦੀ ਹੈ। ਪ੍ਰਗਟ ਸਿੰਘ ਜੀ, ਇੱਕ ਅਕਾਲੀ ਦਲ ਦੁਆਰਾ ਇੱਕ ਬੈਠਕ ਸੱਦੀ ਗਈ ਸੀ ਜਿਸ ਦੇ ਵਿੱਚ ਫੈਸਲਾ ਹੋਇਆ ਕਿ 3 ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਆ, ਜਿਸ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ, ਨਰੇਸ਼ ਗੁਜਰਾਲ ਜੀ, ਇਸ ਤੋਂ ਇਲਾਵਾ ਇੱਕ ਅਕਾਲੀ ਦਲ ਦੇ ਹੋਰ ਸੀਨੀਅਰ ਲੀਡਰ ਨੇ। ਜੋ ਫੈਡਰਲ ਢਾਂਚਾ ਉਸ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ ਜਾ ਰਹੀ ਆ ਵੀ ਜੋ ਸਟੇਟਾਂ ਦੀਆਂ ਰੀਜਨਲ ਪਾਰਟੀਆਂ ਨੇ ਉਹਨਾਂ ਨੂੰ ਇਕੱਠਾ ਕੀਤਾ ਜਾਵੇਗਾ। ਕੀ ਲੱਗਦਾ ਇਸ ਦਾ ਕੋਈ ਇੰਪੈਕਟ ਪੈ ਸਕਦਾ ਕੇਂਦਰ ਤੇ? ਅਕਾਲੀ ਦਲ ਨੇ ਤਾਂ ਇਹ ਸਾਰਾ ਕੁਝ ਹੀ ਲੂਜ਼ ਕਰ ਲਿਆ। ਉਹ ਜਿੱਦਾਂ ਕਹਿੰਦੇ ਹੁੰਦੇ ਨਾ, ਅਬ ਪਛਤਾਏ ਕਿਆ ਕੀਆ ਜਬ ਚਿੜੀਆ ਚੁਗ ਗਈ ਖੇਤ। ਮੇਰੇ ਕਹਿਣ ਦਾ ਮਤਲਬ ਅਕਾਲੀ ਦਲ, ਦੇਖੋ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਵੀ ਸੀ ਉਹ ਵੀ ਬੇਸਿਕਲੀ ਫੈਡਰਲ ਸਟਰਕਚਰ ਦੀ ਗੱਲ ਕਰਦਾ ਸੀ, ਰਾਜਾਂ ਨੂੰ ਵੱਧ ਅਧਿਕਾਰ ਦੀ ਗੱਲ ਕਰਦਾ ਸੀਗਾ। ਇਹ ਠੀਕ ਆ ਵੀ ਉਹਦੀ ਰੂਪ ਰੇਖਾ ਜੀ, ਉਹਦੀ ਪ੍ਰੋਜੈਕਸ਼ਨ ਇੱਕ ਡਿਫਰੈਂਟ ਤਰੀਕੇ ਨਾਲ ਕਰਤੀ ਵੀ ਇਹ ਤਾਂ ਵੱਖ ਹੋਣਾ ਚਾਹੁੰਦੇ ਆ। ਲੇਕਿਨ ਉਹਦੇ ਤੋਂ ਬਾਅਦ ਅਕਾਲੀ ਦਲ ਬੀਜੇਪੀ ਦਾ ਹਿੱਸੇਦਾਰ ਬਣਿਆ ਰਿਹਾ। ਆ ਜਿਹੜੇ 3 ਆਰਡੀਨੈਂਸ ਆਏ ਆ ਇਹਦੀ ਬਹੁਤ ਤਾਰੀਫ ਕਰਦਾ ਰਿਹਾ। ਜਦੋਂ ਤਾਰੀਫ ਕਰਦਾ ਰਿਹਾ ਤੇ ਫਿਰ ਜਦੋਂ ਅਖੀਰ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਓਪਨਲੀ ਵਿਰੋਧ ਕਰਨ ਲੱਗ ਪਈਆਂ ਤੇ ਤਾਂ ਜਾ ਕੇ ਇਹਨਾਂ ਨੇ ਕਿਤੇ ਨਾ ਕਿਤੇ ਯੂ ਟਰਨ ਮਾਰੀ ਆ। ਔਰ ਸਭ ਤੋਂ ਵੱਡੀ ਗੱਲ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਿਹਾ ਵੀ ਹਾਂ ਵੀ ਅੱਛਾ, ਹੁਣ ਵੀ ਕਹਿਣ ਡਏ ਆ ਵੀ ਅਸੀਂ ਉਹਨਾਂ ਨਾਲੋਂ ਨਾਤਾ ਨਹੀਂ ਆਪਣਾ ਤੋੜਨਾ ਚਾਹੁੰਦੇ। ਇਹ ਤਾਂ ਹੁਣ ਵੀ ਕਹਿ ਰਹੇ ਆ। ਸਾਡੀ ਬੀਬਾ ਹਰਸਿਮਰਤ ਕੌਰ ਉਹ ਵੀ ਕਹਿ ਰਹੇ ਆ ਵੀ ਹਾਂ ਵੀ UPA ਨੇ ਜਿਹੜਾ ਹੈਗਾ NDA ਨੇ ਬਹੁਤ ਵਧੀਆ ਕੰਮ ਕੀਤਾ। ਸੋ ਇਸ ਕਰਕੇ ਹਜੇ ਤਾਂ ਇਹ ਪਾਰਟ ਐਂਡ ਪਾਰਸਲ ਹੈਗੇ ਆ। ਅਜੇ ਤਾਂ ਇਹਨਾਂ ਨੂੰ ਬੇਸਿਕਲੀ ਇੰਨੀ ਕਲੈਰਿਟੀ ਨਹੀਂ ਹੈ ਵੀ ਅਸੀਂ ਕਿਸਾਨਾਂ ਨਾਲ ਆ, ਅਸੀਂ ਪੰਜਾਬ ਨਾਲ ਆ, ਕਿ ਅਸੀਂ BJP ਨਾਲ ਆ। ਜਿਨ੍ਹਾਂ ਨੇ 3 ਬਿੱਲ ਜਿਹੜੇ ਪਾਸ ਕੀਤੇ ਆ, ਹਜੇ ਇਹਨਾਂ ਨੂੰ ਕਲੈਰਿਟੀ ਨਹੀਂ ਹੈਗੀ। ਪ੍ਰਗਟ ਸਿੰਘ ਜੀ, ਤੁਹਾਨੂੰ ਕੀ ਲੱਗਦਾ ਜ਼ਰੂਰਤ ਹੈ ਤੀਸਰੇ ਧੜੇ ਦੀ? ਕਿਉਂਕਿ ਇੱਕ ਪਾਸੇ UP ਹੈ, NDA ਹੈ, ਤਾਂ NDA ਦੀ ਗਵਰਨਮੈਂਟ ਹੈ, ਭਾਜਪਾ ਕੋਲ ਹੀ 300 ਤੋਂ ਵੱਧ ਸੀਟਾਂ ਹੈਗੀਆਂ, ਮੈਜੋਰਟੀ ਹੈਗੀ ਆ। ਉਸੇ ਦੇ ਚੱਲਦੇ ਉਹ ਐਡੇ ਵੱਡੇ ਵੱਡੇ ਫੈਸਲੇ ਉਹ ਵੀ ਲੈ ਰਿਹਾ ਇੰਨੇ ਵਿਰੋਧ ਦੇ ਬਾਵਜੂਦ। ਕੀ ਲੱਗਦਾ ਜੇਕਰ ਕੋਈ ਤੀਸਰਾ ਫਰੰਟ ਬਣਦਾ ਵੀ ਆ ਉਸ ਦਾ ਦੇਸ਼ ਨੂੰ ਕੋਈ ਫਾਇਦਾ ਹੋ ਸਕਦਾ? ਨਹੀਂ ਦੇਖੋ, ਚੰਗੀਆਂ ਚੀਜ਼ਾਂ ਨੂੰ ਡਿਸਕਸ ਕਰਨਾ ਚਾਹੀਦਾ। ਦੇਖੋ ਪਾਰਟੀਆਂ, ਮੈਂ ਸਮਝਦਾ ਕਿ ਚਲੋ ਭਾਵੇਂ 1 ਬਣ ਜਾਵੇ, ਚਾਹੇ 2 ਬਣ ਜਾਵੇ, ਚਾਹੇ 3 ਬਣ ਜਾਵੇ, ਬੇਸਿਕਲੀ ਤਾਂ ਡੈਮੋਕ੍ਰੇਸੀ ਦਾ ਉਹ ਹਿੱਸਾ ਆ। ਪਰ ਅਸੀਂ ਪਲੇ ਕਿੱਦਾਂ ਕਰਦੇ ਹਾਂ, ਸਾਡੀ ਮਾਨਸਿਕਤਾ ਕੀ ਹੈਗੀ ਆ, ਅਸੀਂ ਕਰਨਾ ਕੀ ਚਾਹੁੰਦੇ ਹਾਂ? ਅਸੀਂ ਸਿਰਫ ਇਸ਼ੂ ਬਣਾ ਕੇ ਤੇ ਲੋਕਾਂ ਦਾ ਧਿਆਨ ਡਾਇਵਰਟ ਕਰਨਾ ਚਾਹੁੰਦੇ ਹਾਂ, ਜਾਂ ਕਿ ਰਿਐਲਿਟੀ ਦੇ ਵਿੱਚ, ਕਿਉਂਕਿ 140 ਕਰੋੜ ਦਾ ਦੇਸ਼ ਹੈ ਸਾਡੇ ਕੋਲ। ਗਵਰਨਮੈਂਟ ਆਫ ਇੰਡੀਆ ਦਾ ਆਪਣਾ ਡਾਟਾ ਹੈਗਾ ਵੀ ਸਾਡੇ ਕੋਲ 4.5% ਸਕਿਲਡ ਵਰਕਰ ਆ। ਅਸੀਂ ਉਹਨੂੰ ਅਪਗ੍ਰੇਡ ਨਹੀਂ ਕਰਨਾ, ਅਸੀਂ ਉਸ ਨੌਜਵਾਨ ਨੂੰ ਨੌਕਰੀ ਨਹੀਂ ਦੇਣੀ, ਅਸੀਂ ਟੈਕਨੋਲੋਜੀ R&D ਨਹੀਂ ਅਸੀਂ ਕੀਤੀ ਸਾਡੇ ਦੇਸ਼ ਦੇ ਵਿੱਚ। ਜੇ R&D ਨਹੀਂ ਕੀਤੀ ਤਾਂ ਅਸੀਂ ਟੈਕਨੋਲੋਜੀ ਜਿਹੜੀ ਆ ਕਦੀ ਕਿਤੋਂ ਲੈ ਲੈਂਦੇ, ਕਦੀ ਕਿਤੋਂ ਲੈ ਲੈਂਦੇ, ਉਹਨੂੰ ਆਪਰੇਟ ਕਰਨ ਲਈ ਸਾਡੇ ਕੋਲ ਆਪਰੇਟਰ ਨਹੀਂ ਹੈਗੇ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜੇ ਅਸੀਂ ਉੱਧਰ ਨੂੰ ਕੰਮ ਕਰਾਂਗੇ, ਬੰਦੇ ਕੋਲ ਹੈਗੇ ਤਾਂ 24 ਘੰਟੇ ਹੀ ਆ। ਜੇ ਅਸੀਂ ਉੱਧਰ ਨੂੰ ਕੰਮ ਕਰਾਂਗੇ ਤਾਂ ਦੇਸ਼ ਨੂੰ ਉੱਧਰਲੇ ਪਾਸੇ ਨੂੰ ਲੈ ਕੇ ਜਾਵਾਂਗੇ। ਜਦੋਂ ਅਸੀਂ ਧਿਆਨ ਡਾਇਵਰਟ ਕਰਨ ਦੀ ਗੱਲ ਕਰਦੇ ਹਾਂ ਤਾਂ ਫਿਰ ਅਸੀਂ ਸ਼ਾਇਦ ਇਹ ਸੋਚਦੇ ਹੈਗੇ ਵੀ ਅਸੀਂ ਅੱਜ ਦਾ ਦਿਨ ਵੀ ਕੱਢ ਲਈਏ, ਕੱਲ੍ਹ ਦਾ ਦਿਨ ਵੀ ਵੱਟ ਕੱਢ ਲਈਏ। ਸਾਡੀ ਜਿਹੜੀ ਇੰਡਸਟਰੀ ਦੀ GDP ਹੈਗੀ ਆ ਉਹ -23% ਹੋ ਗਈ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੰਡੀਕੇਟ ਕਰਦੀਆਂ ਸਾਡਾ ਜਿਹੜਾ ਬੇਸਿਕਲੀ ਬੈਂਕਿੰਗ ਸਿਸਟਮ ਆ ਉਹ ਢਾਂਚਾ ਜਿਹੜਾ ਬਿਲਕੁਲ ਲੂਜ਼ ਹੋ ਗਿਆ। ਅੱਛਾ, ਕਰਪਸ਼ਨ ਜਿਹੜੀ ਆ ਉਹ ਇਹਨਾਂ ਚੀਜ਼ਾਂ 'ਤੇ ਐਕਚੁਅਲੀ ਹੋਇਆ ਕੀ, ਜਿਹੜੀ ਕਰਪਸ਼ਨ ਆ ਉਹ ਇੰਸਟੀਟਿਊਸ਼ਨਲਾਈਜ਼ ਕਰ ਦਿੱਤੀ। ਕਿਉਂਕਿ ਅਸੀਂ ਅੰਬਾਨੀਆਂ ਨੂੰ ਦੇਣਾ ਅੱਧਾ ਕੰਟਰੀ, ਅਸੀਂ ਅਡਾਨੀਆਂ ਨੂੰ ਦੇਣਾ ਹੈਗਾ, ਅਸੀਂ ਇਹਨਾਂ ਲੋਕਾਂ ਨੂੰ ਦੇਣਾ ਹੈਗਾ। ਕਿਉਂਕਿ ਦੇਖੋ ਅਮਰੀਕਾ ਦਾ ਮਾਡਲ ਇੱਕ ਡਿਫਰੈਂਟ ਮਾਡਲ ਆ ਜਿਹਦੇ ਵਿੱਚ ਐਜੂਕੇਸ਼ਨ, ਹੈਲਥ ਅਤੇ ਸੋਸ਼ਲ ਸਿਕਿਉਰਿਟੀ
ਉਹ 90-95% ਲੋਕਾਂ ਨੂੰ ਉੱਥੇ ਪ੍ਰੋਬਲਮ ਨਹੀਂ ਹੈਗੀ। ਇਹ ਤਿੰਨ ਚੀਜ਼ਾਂ ਕਿਉਂਕਿ ਸਟਰੋਂਗ ਬੇਸ ਹੈਗਾ ਉਹਨਾਂ ਦਾ, ਕਿਉਂਕਿ ਇਹ ਤਿੰਨ ਚੀਜ਼ਾਂ ਨਾਲ ਜਿਹੜਾ ਆਮ ਬੰਦਾ ਆ ਉਹਦੇ ਵਿੱਚ ਉਹਦੀ ਜਿਹੜੀ ਹੈਗੀ ਆ ਸੈਟਿਸਫੈਕਸ਼ਨ ਹੋ ਜਾਂਦੀ ਆ। ਬਾਕੀ 5-7% ਜਿਹੜਾ ਉਹ ਬਿਜ਼ਨਸ ਕਰਨ ਵਾਲਾ ਹੈਗਾ, ਬਾਕੀ ਉਹ ਖੇਡਦੇ ਹੈਗੇ ਆ। ਇਕੋਨਮੀ ਬਹੁਤ ਵੱਡੀ ਆ, ਸਾਡੀ ਇਕੋਨਮੀ ਛੋਟੀ ਆ, ਉਹਦੇ ਬਾਵਜੂਦ ਜਿਸ ਕੰਟਰੀ ਦੇ ਵਿੱਚ 40 ਤੋਂ 50 ਕਰੋੜ ਬੰਦਾ ਸ਼ਾਮ ਨੂੰ ਭੁੱਖਾ ਸੌਂਦਾ, ਭੁੱਖਾ ਇਨ ਦਾ ਸੈਂਸ ਵੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਮਿਲਣੀ ਆ ਕਿ ਨਹੀਂ ਮਿਲਣੀ, ਠੀਕ ਹੈ ਨਾ। ਉਸ ਦੇਸ਼ ਦੇ ਵਿੱਚ ਇੱਦਾਂ ਦੀਆਂ ਖੇਡਾਂ ਖੇਡਣੀਆਂ, ਮੈਨੂੰ ਲੱਗਦਾ ਕੋਈ ਵਿਜ਼ੂਅਲਾਈਜੇਸ਼ਨ ਨਹੀਂ, ਕੋਈ ਬੰਦਾ 2 ਟਨਿਓਰ ਕਰ ਜੂਗਾ ਰਾਜ, 3 ਟਨਿਓਰ ਕਰ ਜੂਗਾ, ਪਰ ਕੰਟਰੀ ਦੀ ਗੱਲ ਜਿਹੜੀ ਆ ਉਹ ਕੰਟਰੀ ਦੀ ਡਿਫਰੈਂਟ ਗੱਲ ਆ। ਜਿਸ ਤਰ੍ਹਾਂ ਤੁਸੀਂ ਅੰਬਾਨੀਆਂ ਅਡਾਨੀਆਂ ਦੀ ਗੱਲ ਕੀਤੀ ਆ, ਇਸੇ ਤਰ੍ਹਾਂ ਜੇਕਰ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਨੂੰ ਲੈ ਕੇ ਵੀ ਵਿਵਾਦ ਛਿੜਿਆ ਹੋਇਆ ਤੇ ਤੁਹਾਡੀ ਸਰਕਾਰ ਦੁਆਰਾ ਸਿਰਫ 1 ਰੁਪਿਆ ਲੀਜ਼ ਤੇ ਜ਼ਮੀਨ ਦਿੱਤੀ ਜਾ ਰਹੀ ਹੈ ਕਾਰਪੋਰੇਟ ਘਰਾਣਿਆਂ ਨੂੰ, ਕੀ ਲੱਗਦਾ ਨੀਤੀਆਂ ਸਭ ਦੀਆਂ ਇੱਕੋ ਨੇ, ਸਿਰਫ ਆਮ ਲੋਕ ਨੇ ਚਾਹੇ ਉਹ ਕਿਸਾਨ ਨੇ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ? ਦੇਖੋ ਮੈਨੂੰ ਉਹਦੇ ਬਾਰੇ ਮੈਨੂੰ ਵੀ ਪਤਾ ਲੱਗਿਆ ਹੈਗਾ, ਬਟ ਮੈਂ ਡੈਫੀਨੇਟਲੀ ਜਿਹੜੇ ਅਪਰੋਪਰੀਏਟ ਪਲੇਟਫਾਰਮ ਤੇ ਗੱਲ ਉਠਾਊਂਗਾ, ਕਿਉਂਕਿ ਅਲਟੀਮੇਟਲੀ ਜੇ ਅਸੀਂ ਇਸੇ ਤਰ੍ਹਾਂ ਹੀ, ਇਹ ਠੀਕ ਆ ਵੀ ਜਿਹੜੇ ਕਾਰਪੋਰੇਟ ਸੈਕਟਰ ਆ ਇਹ ਸਾਡੇ ਕੋਲੋਂ ਜ਼ਮੀਨ ਸਸਤੀ ਮੰਗਦੇ ਆ, ਹੋਰ ਕਈ ਫੈਸਿਲਿਟੀਜ਼ ਮੰਗਦੇ ਹੈਗੇ ਆ, ਬਟ ਐਟ ਦਾ ਸੇਮ ਟਾਈਮ ਅਸੀਂ ਉਹਨੂੰ ਕੰਪੀਟੀਟਿਵ ਕਰੀਏ, ਨਾ ਕਿ ਅਸੀਂ ਇਦਾਂ ਦੀ ਗੱਲ ਕਰੀਏ ਵੀ ਅਸੀਂ ਬਿਲਕੁਲ ਹੀ ਉਹਨਾਂ ਨੂੰ ਫ੍ਰੀ ਚੀਜ਼ ਦੇਈ ਜਾਈਏ। ਤੇ ਸਾਡਾ ਜਿਹੜਾ ਅਲਟੀਮੇਟਲੀ, ਕਿਉਂਕਿ ਦੇਖੋ ਕਈ ਵਾਰੀ ਕੀ ਹੁੰਦਾ ਕਿ ਕਈ ਵਾਰੀ ਤੁਹਾਨੂੰ GST ਜਾਂ ਹੋਰ ਜਿਹੜੇ ਟੈਕਸਸ ਹੁੰਦੇ ਆ, ਕਿਉਂਕਿ ਹੁਣ ਤਾਂ GST ਵੀ ਗਵਰਨਮੈਂਟ ਆਫ ਇੰਡੀਆ ਹੀ ਜਿਹੜਾ ਵਸੂਲ ਕਰਦੀ ਹੈਗੀ ਆ, ਪਰ ਉਹ ਜੇ ਟੈਕਸਸ ਸਾਨੂੰ ਆਉਂਦੇ ਹੈਗੇ ਆ ਤੇ ਉਹਦੇ ਏਵਜ ਦੇ ਵਿੱਚ ਉਹਨੂੰ ਤਾਂ ਸਾਨੂੰ ਦੇਖ ਲੈਣਾ ਚਾਹੀਦਾ ਵੀ ਕੈਲਕੂਲੇਟ ਕਰਕੇ ਸਾਡੀ ਰੈਵਨਿਊ ਜਨਰੇਸ਼ਨ, ਸਾਡੀ ਇੰਪਲੋਇਮੈਂਟ ਜਨਰੇਸ਼ਨ, ਜੇ ਤਾਂ ਉਹਦੇ ਵਿੱਚ ਕੋਈ ਫਾਇਦਾ ਹੁੰਦਾ, ਮਤਲਬ ਸੂਬੇ ਨੂੰ ਫਾਇਦਾ ਹੁੰਦਾ, ਫਿਰ ਤਾਂ ਮੈਨੂੰ ਲੱਗਦਾ ਕੋਈ ਮਾੜੀ ਗੱਲ ਨਹੀਂ ਹੈ। ਪਰ ਜੇ ਸੂਬੇ ਨੂੰ ਕੈਲਕੂਲੇਟ ਕਰਕੇ ਦੇਖਣਾ ਚਾਹੀਦਾ ਪਿਓਰਲੀ ਇਕਨੋਮਿਕ ਐਂਗਲ ਤੋਂ, ਫਿਰ ਨਹੀਂ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਪ੍ਰਗਟ ਸਿੰਘ ਜੀ, ਤੁਹਾਨੂੰ ਕੀ ਲੱਗਦਾ ਸੁਣਵਾਈ ਹੈ ਪਾਰਟੀ ਦੇ ਅੰਦਰ? ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਇਹ ਮੁੱਦਾ ਮੈਂ ਉਠਾਊਂਗਾ, ਚਿੱਠੀਆਂ ਤੁਹਾਡੇ ਦੁਆਰਾ ਪਹਿਲਾਂ ਵੀ ਲਿਖੀਆਂ ਗਈਆਂ ਸੀ, ਕਿ ਉਸ ਤੇ ਸੁਣਵਾਈ ਹੋ ਸਕੀ, ਕਿ ਆਸ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੀ ਸੁਣਵਾਈ ਹੋਵੇਗੀ? ਦੇਖੋ ਮੈਂ 80 MLA ਚੋਂ ਇੱਕ MLA ਆ। ਮੈਂ ਪਹਿਲਾਂ ਜਿਹੜਾ ਆ ਬੰਦ ਕਮਰੇ 'ਚ ਕਹਿਣਾ ਹੁੰਦਾ, ਫਿਰ ਪਾਰਟੀ ਫੋਰਮ ਤੇ ਵੀ ਕਹਿਣਾ ਹੁੰਦਾ, ਫਿਰ ਜੇ ਕੋਈ ਨਹੀਂ ਸੁਣਦਾ ਉਹਨੂੰ ਪਬਲਿਕ ਪਲੇਟਫਾਰਮ ਤੇ। ਦੇਖੋ ਇੱਕ ਲੈਜਿਸਲੇਟਰ ਜਿਹੜਾ ਹੈਗਾ ਉਹਦਾ ਕੀ ਫਰਜ਼ ਬਣਾ ਵੀ ਹੋਕਾ ਤਾਂ ਦੇਵੇ ਕਮ ਸੇ ਕਮ। ਦੇਖੋ ਮੈਂ ਤਾਂ ਵਿਸਲ ਬਲੋਅਰ ਹੈਗਾ, ਹੋਕਾ ਦਿੰਦਾ ਹੈਗਾ ਵੀ ਆਹ ਗੱਲ ਹੋ ਰਹੀ ਹੈ, ਗੱਲ ਗਲਤ ਹੈਗੀ ਆ, ਕਿਉਂਕਿ ਉਹਦੇ ਵਿੱਚ ਮੀਡੀਆ ਦਾ ਵੀ ਰੋਲ ਹੈਗਾ, ਉਹਦੇ ਵਿੱਚ ਲੋਕਾਂ ਦਾ ਵੀ ਰੋਲ ਹੈਗਾ, ਉਹਦੇ ਵਿੱਚ ਬਾਕੀ MLAs ਜਿਹੜੇ ਆ ਉਹਨਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ, ਤਾਂ ਕਿ ਅਸੀਂ ਜਦੋਂ ਕੱਲ੍ਹ ਨੂੰ ਲੋਕਾਂ ਦੇ ਵਿੱਚ ਜਾਈਏ ਤੇ ਸਾਨੂੰ ਜਿਹੜਾ ਆ ਉਹ ਜਿਹੜੀਆਂ ਚੀਜ਼ਾਂ, ਜਿਹੜੀਆਂ ਮਾੜੀਆਂ ਚੀਜ਼ਾਂ, ਉਹਨਾਂ ਨੂੰ ਫੇਸ ਨਾ ਕਰਨਾ ਪਵੇ। ਪ੍ਰਗਟ ਸਿੰਘ ਜੀ, ਪ੍ਰਤਾਪ ਸਿੰਘ ਬਾਜਵਾ ਕਹਿੰਦੇ ਵੀ ਕੈਪਟਨ ਨੂੰ ਤਾਂ ਬਦਲ ਹੀ ਦੇਣਾ ਚਾਹੀਦਾ, ਤਾਂ ਤੁਹਾਨੂੰ ਕੀ ਲੱਗਦਾ ਇਹੋ ਜਿਹੇ ਹਾਲਾਤ ਹੈਗੇ ਆ ਕਿ ਜੋ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਬਦਲ ਦੇਣਾ ਚਾਹੀਦਾ? ਨਹੀਂ ਦੇਖੋ ਅਲਟੀਮੇਟਲੀ ਇਹ ਸਾਡਾ ਪ੍ਰੈਰੋਗੇਟਿਵ ਨਹੀਂ ਹੈਗਾ, ਇਹ ਤਾਂ ਬੇਸਿਕਲੀ ਉਸ ਲੈਵਲ ਤੇ ਡਿਸਕਸ਼ਨ ਹੋ ਕੇ ਜੇ ਕੋਈ ਹੋਣਾ ਚਾਹੀਦਾ। ਦੇਖੋ ਮੇਰਾ ਤਾਂ ਕੰਮ ਇਹ ਹੁੰਦਾ ਕਿ ਆਪਾਂ ਚੰਗੀਆਂ ਚੀਜ਼ਾਂ ਲਈ ਫਾਈਟ ਕਰੀਏ, ਕਿਉਂਕਿ ਜੇ ਚੰਗੀਆਂ ਚੀਜ਼ਾਂ ਲਈ ਫਾਈਟ ਨਹੀਂ ਕਰਾਂਗੇ ਤਾਂ ਫਿਰ ਅਲਟੀਮੇਟਲੀ ਚਾਹੇ ਕੋਈ ਲੀਡਰ ਵੀ ਹੋਵੇ, ਉਹਦਾ ਨੁਕਸਾਨ ਤਾਂ ਪਾਰਟੀ ਨੂੰ ਵੀ ਹੋਣਾ ਆ, ਸੂਬੇ ਨੂੰ ਵੀ ਹੋਣਾ। ਪ੍ਰਗਟ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਅਕਾਲੀ ਦਲ ਤੋਂ ਵੀ ਵਿਧਾਇਕ ਰਹੇ, ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਆਏ, ਤਾਂ ਅਕਾਲੀ ਦਲ ਦਾ ਛੱਡਣ ਦਾ ਕਾਰਨ ਕੀ ਰਿਹਾ? ਤੇ ਇਸ ਤੋਂ ਇਲਾਵਾ ਜਿਹੜਾ ਤੁਸੀਂ ਅਕਾਲੀ ਦਲ 'ਚ ਨਹੀਂ ਕਰ ਸਕੇ ਸੀਗੇ, ਜਿਸ ਦੇ ਕਰਕੇ ਸ਼ਾਇਦ ਪਾਰਟੀ ਛੱਡਣੀ ਪੈ ਗਈ, ਕਾਂਗਰਸ 'ਚ ਉਹ ਚੀਜ਼ਾਂ ਕਰ ਸਕੇ ਜਾਂ ਨਹੀਂ? ਨਹੀਂ ਦੇਖੋ ਅਕਾਲੀ ਦਲ ਦੇ ਵਿੱਚ ਵੀ ਬੇਸਿਕਲੀ ਮੇਰਾ ਤਾਂ ਇਸ਼ੂ ਬੇਸ ਸੀ। ਇਹ ਠੀਕ ਆ ਵੀ ਮੇਰੀ ਕੌਂਸਟੀਚੁਐਂਸੀ ਦਾ ਵੀ ਇਸ਼ੂ ਸੀਗਾ ਵੇਸਟ ਮੈਨੇਜਮੈਂਟ ਦਾ, ਬਟ ਅਦਰਵਾਈਜ਼ ਵੀ ਮੈਂ ਵੀ ਉੱਥੇ ਵੀ ਗੱਲ ਕਹਿੰਦਾ ਸੀਗਾ, ਇੱਥੇ ਵੀ ਗੱਲ ਕਹਿਣਾ ਹੈਗਾ, ਕਿਉਂਕਿ ਮੈਨੂੰ ਇਸ ਗੱਲ ਦੇ ਵਿੱਚ ਦੀ ਕੋਈ ਝਿਜਕ ਨਹੀਂ ਹੈਗੀ ਕਿ ਜਿਹੜੀਆਂ ਚੰਗੀਆਂ ਚੀਜ਼ਾਂ ਹੈਗੀਆਂ ਉਹਦੇ ਤੇ ਜਿਹੜਾ ਪਹਿਰਾ ਦੇਣ ਦੀ ਜ਼ਰੂਰਤ ਹੈਗੀ ਆ। ਪ੍ਰਗਟ ਸਿੰਘ ਜੀ, ਇੱਕ ਗੱਲ ਨੂੰ ਕਹਿ ਦੇਣਾ, ਇੱਕ ਕੰਮ ਕਰਵਾਉਣਾ, ਇਹਨਾਂ ਚੀਜ਼ਾਂ 'ਚ ਅੰਤਰ ਹੈਗਾ। ਕੀ ਲੱਗਦਾ ਕਿ ਵਿਧਾਇਕਾਂ ਨੂੰ ਇੰਨਾ ਕੁ ਆਜ਼ਾਦੀ ਹੋਣੀ ਚਾਹੀਦੀ ਆ ਵੀ ਜਿਹੜਾ ਕੁਛ ਉਹ ਕਵੇ ਤਾਂ ਉਹ ਕੰਮ ਹੋਵੇ ਵੀ? ਨਹੀਂ ਦੇਖੋ ਕਈ ਕੰਮ ਹੁੰਦੇ ਆ, ਕਈ ਕੰਮ ਨਹੀਂ ਵੀ ਹੁੰਦੇ, ਮੈਂ ਇਹ ਨਹੀਂ ਕਹਿੰਦਾ, ਕਿਉਂਕਿ ਜਿੱਥੇ ਪਾਲਿਸੀ ਮੈਟਰ ਦੀ ਗੱਲ ਹੈਗੀ ਆ, ਜਿੱਥੇ ਮੰਨ ਲਓ ਉਹਨਾਂ ਚੀਜ਼ਾਂ ਦੀ ਗੱਲ ਹੈਗੀ ਆ ਜਿਹੜੀਆਂ ਅਸੀਂ ਨਹੀਂ ਕਰ ਸਕੇ, ਜਾਂ ਸਾਨੂੰ ਉਹਨੂੰ ਬੈਡ ਨੇਮ ਜਿਹੜਾ ਆਉਂਦਾ ਹੈਗਾ, ਪਾਰਟੀ ਨੂੰ ਵੀ ਆਉਂਦਾ, ਸਰਕਾਰ ਨੂੰ ਵੀ ਆਉਂਦਾ, ਸਾਨੂੰ ਉਹ ਚੀਜ਼ਾਂ ਤੇ ਪਿਓਰਲੀ ਜਿਹੜਾ ਉਹ ਮੈਰਿਟ ਨੂੰ ਦੇਖ ਕੇ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਪ੍ਰਗਟ ਸਿੰਘ ਜੀ, ਤੁਹਾਡੀ ਗੱਲ ਕਰਾਂਗੇ, ਤੁਹਾਡਾ ਹੁਣ ਭਵਿੱਖ ਕੀ ਆ? ਜਿਸ ਤਰ੍ਹਾਂ ਅਕਾਲੀ ਦਲ 'ਚ ਰਹੇ, ਕਾਂਗਰਸ 'ਚ ਰਹੇ, ਵੀ ਇੱਥੇ ਵੀ ਤੁਹਾਡੇ ਦੁਆਰਾ ਚਿੱਠੀਆਂ ਲਿਖੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਦੁਆਰਾ ਵੀ ਕੋਈ ਪਾਰਟੀ ਬਦਲੀ ਜਾ ਸਕਦੀ ਆ, ਜਾਂ ਕੁਝ ਹੋਰ ਭਵਿੱਖ ਦੇ ਵਿੱਚ ਰਣਨੀਤੀ ਘੜੀ ਜਾਵੇਗੀ? ਦੇਖੋ ਗੱਲ ਪਾਰਟੀ ਬਦਲਦੀ ਨਹੀਂ ਹੈ, ਗੱਲ ਤਾਂ ਕੰਮ ਦੀ ਆ, ਗੱਲ ਕਹਿਣ ਦੀ ਹੈਗੀ ਆ। ਦੇਖੋ ਡੈਮੋਕ੍ਰੇਸੀ ਜਿਹੜੀ ਹੈਗੀ ਆ ਉਹ ਪਿਓਰਲੀ ਡਿਸਕਸ਼ਨ ਦਾ ਇੱਕ ਰੂਪ ਹੁੰਦਾ ਹੈਗਾ,
ਤੇ ਉਹਦੇ ਵਿੱਚ ਮੈਂ ਉਹ ਗੱਲ ਕਹਿਣ ਤੋਂ ਕਦੀ ਵੀ ਝਿਜਕਦਾ ਨਹੀਂ ਹੈਗਾ। ਸੋ ਇਸ ਕਰਕੇ ਮੈਂ ਤਾਂ ਹਮੇਸ਼ਾ ਇਹ ਗੱਲ ਕਹਿੰਦਾ ਰਹਿੰਦਾ। ਤਾਂ ਇਹ ਸਨ ਕਾਂਗਰਸ ਦੇ ਐਮਐਲਏ ਪ੍ਰਗਟ ਸਿੰਘ, ਜਿਨ੍ਹਾਂ ਨਾਲ ਅਸੀਂ ਤਮਾਮ ਮਸਲਿਆਂ ਤੇ ਗੱਲਬਾਤ ਕੀਤੀ ਹੈ, ਖੇਤੀ ਕਾਨੂੰਨਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਅਤੇ ਪੰਜਾਬ ਵਿਧਾਨ ਸਭਾ ਦਾ ਜੋ ਵਿਸ਼ੇਸ਼ ਇਜਲਾਸ ਬੁਲਾਇਆ ਜਾ ਰਿਹਾ ਉਸ ਤੇ ਗੱਲਬਾਤ ਕੀਤੀ ਹੈ। ਕੈਮਰਾਮੈਨ ਜਤਿੰਦਰ ਦੇ ਨਾਲ ਮੈਂ ਜਗਵੰਤ, ਜਗਬਾਣੀ ਟੀਵੀ, ਜਲੰਧਰ।